जिस तरह मैं उदण किया है ना, गुरुमुख नादं गुरुमुख वेदं गुरुमुख रहे समाई। भी गुरमुख जिहड़ा है वो नाद नूं सुन लैंदा है, वो गुरमुख है। फिर शब्द का सूक्ष्म रूप है धुन। फिर धुन ਜਿਹੜੀ ਹੈ ਨਾ ਉਹ ਬਹੁਤ ਬਾਰੀਕ, ਭਾਵ ਕਿ ਤੁਸੀਂ ਜਦੋਂ ਪ੍ਰੇਮ ਦੁਆਰਾ ਇੰਨੇ ਗਹਿਰੇ ਜੁੜ ਗਏ, ਫਿਰ ਉਹ ਸ਼ਬਦ ਨਾ ਵੀ ਬੋਲੇ ਤਾਂ ਵੀ ਸ਼ਬਦ ਸੁਣਿਆ ਜਾਂਦਾ, ਪਰ ਬਹੁਤ ਸੂਖਸ਼ਮ ਹੁੰਦਾ ਹੈ, ਧੁਨ ਹੁੰਦੀ। ਤੇ ਆ ਜਿਹੜੇ ਮੈਂ ਸ਼ਬਦ ਬੋਲ ਰਿਹਾ ਹਾਂ, ਇਹ ਵੀ ਭਿੰਨ ਭਿੰਨ ਢੰਗ ਦੇ ਨਾਲ ਸੁਣੇ ਜਾਂਦੇ। ਕੋਈ ਸੁਣਨ ਵਾਲਾ ਇਸ ਢੰਗ ਨਾਲ ਸੁਣ ਸਕਦਾ ਹੈ, ਜਿਵੇਂ ਮੈਂ ਪਹਿਲਾਂ ਕਿਹਾ ਸੀ, ਕਥਾ ਦੀ ਤਰ੍ਹਾਂ। ਕੋਈ ਸੁਣ ਸਕਦਾ ਹੈ ਸੰਗੀਤ ਦੀ ਤਰ੍ਹਾਂ। ਜਿਵੇਂ ਆ ਸਾਡੇ ਕਵੀ ਨੇ ਵੀ ਲਿਖ ਕੇ ਭੇਜਿਆ ਹੈ, ਪਿਆਰੇ ਜੀ ਆਪ ਜੀ ਨੇ ਮੈਨੂੰ ਕਵੀ ਕਹਿ ਕੇ ਨਿਵਾਜਿਆ ਹੈ, ਆਪ ਜੀ ਦੇ ਚਰਨਾਂ ਤੇ ਮੇਰਾ ਸੀਸ ਪ੍ਰਵਾਨ ਕਰਨਾ ਜੀ। ਮੇਰੇ ਅੰਦਰ ਅਜਿਹਾ ਭਾਵ ਹੈ ਕਿ ਆਪ ਜੀ ਕਵੀ ਹੋ ਅਤੇ ਮੈਨੂੰ ਆਪਣੀ ਕਵਿਤਾ ਬਣਾ ਲਓ। ਆਪ ਜੀ ਦੀ ਲਿਖੀ ਹੋਈ ਕਵਿਤਾ ਵੀ ਆਪ ਜੀ ਦੀ ਵਰਗੀ ਹੋਵੇ। ਕਵਿਤਾ ਜਿਹੜੀ ਹੈ ਨਾ, ਉਹ ਜਦੋਂ ਕਵੀ ਲਿਖਦਾ ਹੈ ਤਾਂ ਉਹ ਅੱਖਰਾਂ ਦੇ ਜੋੜ ਦੇ ਨਾਲ ਬਣਦੀ ਕਵਿਤਾ। ਤੇ ਕਵੀ ਦਾ ਜੈਸਾ ਭਾਵ ਹੁੰਦਾ ਹੈ, ਵੈਸੀ ਉਹ ਕਵਿਤਾ ਬਣਾਉਂਦਾ ਹੈ। ਗੁਰੂ ਸਾਹਿਬ ਜੀ ਨੇ ਵੀ ਐਸਾ ਕਿਹਾ ਹੈ, ਨਾਨਕ ਸ਼ਾਇਰ ਏਵ ਕਹਿਤ ਹੈ ਸੱਚੇ ਪਰਵਰਗਾਰ। ਕਹਿੰਦੇ ਮੈਂ ਸ਼ਾਇਰ ਹਾਂ। ਪੁਰਾਣਾ ਜਿਹੜਾ ਸ਼ਬਦ ਸੀ ਨਾ ਰਿਸ਼ੀ, ਰਿਸ਼ੀ ਦਾ ਭਾਵ ਵੀ ਇਹੋ ਹੀ ਹੁੰਦਾ ਸੀ, ਕਵੀ। ਪਰ ਇੱਕ ਤੇ ਕਵਿਤਾ ਹੈ ਅੱਖਰਾਂ ਦੇ ਜੋੜ ਦੇ ਨਾਲ ਬਣਦੀ, ਇੱਕ ਕਵਿਤਾ ਹੈ ਅੱਖਰਾਂ ਦੇ ਜੋੜ ਨਾਲ ਨਹੀਂ ਬਣਦੀ, ਅੱਖਰਾਂ ਦੇ ਤੋੜ ਨਾਲ ਬਣਦੀ। ਤੇ ਜੋੜ ਦੇ ਨਾਲ ਤੇ ਕਵੀ ਬਣਾਉਂਦੇ ਹਨ ਕਵਿਤਾ, ਅੱਖਰਾਂ ਦੇ ਜੋੜ ਨਾਲ। ਅੱਖਰਾਂ ਦੇ ਤੋੜ ਦੇ ਨਾਲ ਰਿਸ਼ੀ ਬਣਾਉਂਦੇ ਹਨ ਕਵਿਤਾ। ਤੇ ਉਹ ਕਵਿਤਾ ਜਿਹੜੀ ਅੱਖਰਾਂ ਦੇ ਤੋੜ ਦੇ ਨਾਲ ਬਣਦੀ ਹੈ ਨਾ, ਉਹ ਅੱਖਰਾਂ ਤੋਂ ਅੱਗੇ ਜਾ ਕੇ ਸੁਣੀ ਜਾਂਦੀ, ਕਿਉਂਕਿ ਉਹ ਸੰਗੀਤਮਈ ਹੁੰਦੀ। ਜਿਵੇਂ ਕੋਈ ਗਹਿਰਾ ਸੰਗੀਤ, ਸ਼ਾਸਤਰੀ ਸੰਗੀਤ ਸੁਣਨਾ ਹੋਵੇ ਨਾ, ਤੇ ਆਪਾਂ ਨੂੰ ਬਹੁਤ ਧਿਆਨ ਨਾਲ ਸੁਣਨਾ ਪੈਂਦਾ, ਬਹੁਤ ਧਿਆਨ ਨਾਲ, ਗੌਰ ਨਾਲ। ਤੇ ਅੱਖਰਾਂ ਦੇ ਵਿੱਚ ਜਿਹੜਾ ਸੰਗੀਤ ਹੈ ਨਾ, ਉਹਨੂੰ ਥੋੜਾ ਜਿਹਾ ਧਿਆਨ ਨਾਲ ਸੁਣਨਾ ਪੈਂਦਾ। ਤੇ ਜਿਵੇਂ ਮੂਰਤੀਕਾਰ ਹੁੰਦਾ ਹੈ ਨਾ, ਮੂਰਤੀ ਬਣਾਉਂਦਾ ਥੋੜੀ ਹੈ ਮੂਰਤੀਕਾਰ, ਉਹ ਪੱਥਰ ਦੇ ਵਿੱਚੋਂ ਮੂਰਤੀ ਕੱਢਦਾ ਹੈ। ਉਹ ਇੱਕ ਅਨਕੜ ਪੱਥਰ ਨੂੰ ਨਾ ਚਾਰ ਚੁਫੇਰੋਂ ਤੋੜ ਕੇ ਤੇ ਉਹਦੇ ਵਿੱਚੋਂ ਮੂਰਤੀ ਪ੍ਰਗਟ ਕਰ ਦਿੰਦਾ ਹੈ, ਪਰਮਾਤਮਾ ਦੀ ਮੂਰਤੀ, ਬਹੁਤ ਸੁੰਦਰ ਮੂਰਤੀ। ਪਰ ਮੂਰਤੀ ਦੇ ਵਿੱਚ ਸੀ, ਫਾਲਤੂ ਪੱਥਰ ਜਿਹੜੇ ਚਾਰ ਚੁਫੇਰੇ ਉਹਦੇ ਲੱਗੇ ਹੋਏ ਸਨ, ਉਹ ਤੋੜ ਦਿੱਤੇ। ਤੇ ਇੱਥੇ ਇਦਾਂ ਹੀ ਕੰਮ ਚੱਲ ਰਿਹਾ ਹੈ। ਫਾਲਤੂ ਸ਼ਬਦ ਜਿਹੜੇ ਹਨ ਨਾ, ਉਹ ਕੱਢ ਦੇਣੇ ਹਨ, ਜਾਂ ਫਾਲਤੂ ਚਾਰ ਚੁਫੇਰੇ ਜਿਹੜੇ ਪੱਥਰ ਹਨ ਨਾ, ਉਹ ਤੋੜਨੇ ਹਨ। ਜਦੋਂ ਪੱਥਰ ਤੋੜਦਾ ਹੋਵੇਗਾ ਮੂਰਤੀਕਾਰ, ਤੇ ਮੂਰਤੀ ਨੂੰ ਪੀੜਾ ਤੇ ਹੁੰਦੀ ਹੋਊਗੀ, ਛੈਣੀ ਦੇ ਨਾਲ, ਹਥੌੜੀ ਦੇ ਨਾਲ ਚਾਰ ਚੁਫੇਰੇ ਤੋੜਦਾ। ਇੱਦਾਂ ਹੀ ਚਾਰ ਚੁਫੇਰੇ ਜਿਹੜਾ ਫਾਲਤੂ ਮਟੀਰੀਅਲ ਹੈ ਨਾ, ਉਹ ਸਾਰਾ ਹੀ ਤੋੜ ਕੇ
ਮੂਰਤੀ ਤੇ ਅੰਦਰ ਹੈ ਹੀ, ਤੁਹਾਡੇ ਅੰਦਰ ਉਹ ਵਿਰਾਜਮਾਨ ਹੀ ਹੈ। ਉਹ ਕੋਈ ਬਾਹਰੋਂ ਲੈ ਕੇ ਥੋੜੀ ਆਉਣਾ, ਉਹ ਤੇ ਅੰਦਰ ਹੀ ਹੈ। ਸਿਰਫ ਬਾਹਰ ਦਾ ਜਿਹੜਾ ਕਿ ਨਹੀਂ, ਉਹ ਤੋੜ ਦੇਣਾ ਹੈ ਜਿਹੜਾ ਬਾਹਰ ਲੱਗਾ ਹੋ। ਜਿਵੇਂ ਆ ਪਿੱਛੇ ਵੀ ਇੱਕ ਪ੍ਰੇਮੀ ਨੇ ਬਹੁਤ ਸੁੰਦਰ ਪ੍ਰਤੀਕ ਪਾਇਆ ਹੋਇਆ ਸੀ ਨਾ, ਕੋਈ ਆਦਮੀ ਆਪਣਾ ਹੀ ਸਿਰ ਰੇੜੀ ਤੇ ਰੱਖ ਕੇ ਖਿੱਚੀ ਜਾ ਰਿਹਾ ਹੈ। ਬਹੁਤ ਪਿਆਰਾ ਪ੍ਰਤੀਕ। ਸਾਰੇ ਸੰਸਾਰ ਦਾ ਕਚਰਾ ਆਦਮੀ ਆਪਣੇ ਹੀ ਸਿਰ ਦੇ ਵਿੱਚ ਰੱਖ ਕੇ ਤੇ ਉਹਨੂੰ ਖਿੱਚੀ ਜਾ ਰਿਹਾ ਹੈ, ਆਪਣਾ ਹੀ ਬੋਝ ਢੋ ਰਿਹਾ ਹੈ। ਦੇਖੋ, ਉਹ ਕਚਰਾ ਹੈ ਤੁਹਾਡੇ ਅੰਦਰ, ਉਹ ਹੀ ਮੈਲ ਹੈ ਕਹਿ ਲਈ। ਤੇ ਇੱਥੇ ਮੂਰਤੀ ਘੜੀ ਜਾ ਰਹੀ ਹੈ, ਇੱਥੇ ਕਵਿਤਾ ਬਣ ਰਹੀ ਹੈ। ਤੁਸੀਂ ਕਵਿਤਾ ਸੁਣਨ ਵਾਲੇ ਬਣੋ, ਪਹਿਲਾਂ ਤੇ ਸ਼ਬਦ ਸੁਣਨ ਵਾਲੇ ਬਣੋ, ਤੇ ਸ਼ਬਦ ਤੋਂ ਅੱਗੇ ਫਿਰ ਉਹ ਜਿਹੜਾ ਸੰਗੀਤ ਹੈ ਉਹ ਵੀ ਸੁਣਾਈ ਦਿੰਦਾ ਹੈ। ਤੁਹਾਡਾ ਢੰਗ ਹੈ ਸੁਣਨ ਦਾ। ਜਿਵੇਂ ਜਿਵੇਂ ਤੁਸੀਂ ਗਹਿਰੇ ਜਾਓਗੇ ਨਾ, ਤੇ ਤੁਹਾਨੂੰ ਇਹ ਜਿਹੜੇ ਸ਼ਬਦ ਹਨ ਨਾ ਐਸੇ ਨਹੀਂ ਲੱਗਣਗੇ, ਸਿਰਫ ਉਹ ਹੀ ਬੋਲੇਗੇ। ਤੁਸੀਂ ਇਉਂ ਮਹਿਸੂਸ ਕਰੋਗੇ ਜਿਵੇਂ ਕਵੀ ਨੇ, ਕਿਸੇ ਨੇ ਕਵਿਤਾ ਗਾਈ। ਫਿਰ ਵਿੱਚ ਵਿੱਚ ਤੁਹਾਨੂੰ ਲੱਗੇਗਾ ਵੀ ਇਹਦੇ ਵਿੱਚ ਸੰਗੀਤ ਵੀ ਕੁਛ ਹੈ ਹੀ, ਕਿਉਂਕਿ ਜਿੱਥੋਂ ਆਈ ਹੈ ਉੱਥੇ ਤੇ ਸੰਗੀਤ ਹੈ ਹੀ। ਤੇ ਥੋੜਾ ਜਿਹਾ ਸੂਖਸ਼ਮ ਹੈ। ਤੇ ਸ਼ਬਦ ਦਾ ਅਗਲਾ ਰੂਪ ਹੈ ਸੰਗੀਤ, ਧੁਨ। ਤੇ ਜਦੋਂ ਸ਼ਬਦ ਤੋਂ ਤੁਸੀਂ ਹੋਰ ਗਹਿਰੇ ਜਾਓਗੇ, ਸ਼ਬਦ ਨੂੰ ਸੁਣ ਸੁਣ ਕੇ ਇੱਕ ਸ਼ਬਦ ਤੇ ਧਿਆਨ ਟਿਕ ਜਾਵੇਗਾ, ਜਾਂ ਸ਼ਬਦ ਨੂੰ ਸੁਣ ਸੁਣ ਕੇ ਸ਼ਬਦ ਜਿੱਥੋਂ ਆ ਰਹੇ ਹਨ, ਜਿਹਦੇ ਦੁਆਰਾ ਆ ਰਹੇ ਹਨ, ਉਹਦੇ ਵਿੱਚ ਧਿਆਨ ਟਿਕ ਜਾਵੇਗਾ। ਇੱਕੋ ਹੀ ਗੱਲ ਹੈ, ਜਦੋਂ ਧਿਆਨ ਟਿਕ ਜਾਵੇਗਾ ਸ਼ਬਦ ਦੁਆਰਾ, ਉਦੋਂ ਫਿਰ ਉਹ ਧੁਨ ਦੇ ਵਿੱਚ ਧਿਆਨ ਲੱਗੇਗਾ। ਪਰ ਉੱਥੇ ਵੀ ਅਟਕਣਾ ਨਹੀਂ ਹੈ, ਧੁਨ ਵੀ ਤਾਂ ਸ਼ਬਦ ਹੀ ਹੈ। ਧੁਨ ਤੋਂ ਬਾਅਦ ਹੈ ਸੁਣ। ਇਸੇ ਕਰਕੇ ਕਬੀਰ ਨੇ ਕਿਹਾ ਵੀ ਹੈ ਨਾ ਕਿ ਜਾਪ ਮਰੇ ਅਜੱਪਾ ਮਰੇ। ਜਾਪ ਹੈ ਪਹਿਲਾਂ ਬਾਹਰ, ਬੈਖੜੀ ਬਾਣੀ, ਜਿਵੇਂ ਕੋਈ ਵਾਹਿਗੁਰੂ ਵਾਹਿਗੁਰੂ ਕਰਦਾ, ਕੋਈ ਰਾਮ ਰਾਮ ਕਰਦਾ, ਕੋਈ ਅੱਲਾ ਅੱਲਾਹ ਕਰਦਾ, ਜ਼ਬਾਨ ਦੁਆਰਾ ਕਹਿ ਕੇ ਕੰਨਾਂ ਨਾਲ ਸੁਣ ਕੇ ਤੇ ਬਾਹਰੀ ਸ਼ਬਦ ਛੱਡਣੇ, ਬਾਹਰੀ ਵਿਚਾਰਧਾਰਾ ਟੁੱਟ ਜਾਵੇ। ਇਸ ਕਰਕੇ ਕਈ ਜ਼ੋਰ ਜ਼ੋਰ ਤੇ ਵੀ ਕਰਦੇ। ਫਿਰ ਅਜੱਪਾ ਹੈ ਜੋ ਮਨ ਦੁਆਰਾ ਹੁੰਦਾ ਹੈ। ਹੁਣ ਬੋਲਣਾ ਨਹੀਂ ਹੈ, ਅੰਦਰ ਹੀ ਗੁਰੂ ਦੀ ਯਾਦ, ਗੁਰੂ ਦਾ ਸ਼ਬਦ ਤੇ ਗੁਰੂ ਦਾ ਉਪਦੇਸ਼ ਗੂੰਜਦਾ ਹੈ। ਫਿਰ ਉਹਦੇ ਵਿੱਚ ਧਿਆਨ ਲੱਗਦਾ ਹੈ, ਆਪਣੇ ਆਪ ਹੀ ਗੂੰਜਦਾ ਹੈ। ਜਦੋਂ ਤੁਸੀਂ ਪ੍ਰੇਮ ਦੇ ਵਿੱਚ ਹੁੰਦੇ ਹੋ ਨਾ, ਤੁਸੀਂ ਵੀ ਦੇਖਿਆ ਹੋਗੇ, ਆਪਣੇ ਆਪ ਹੀ ਉਹ ਸ਼ਬਦ ਨਿਕਲਣੇ ਸ਼ੁਰੂ ਹੋ ਜਾਂਦੇ, ਧੁਨਾਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ, ਗੀਤ ਨਿਕਲਣੇ ਸ਼ੁਰੂ ਹੋ ਜਾਂਦੇ ਸਹਿ, ਉਹ ਜਿਹੜੀ ਧੁਨ। ਫਿਰ ਹੌਲੀ ਹੌਲੀ ਇਹ ਜੱਪੇ ਤੋਂ ਬਾਅਦ ਧੁਨ ਹੈ ਹੋਰ ਗਹਿ। ਜਾਪ ਮਰੇ ਅਜੱਪਾ ਮਰੇ, ਅਨਹਦ ਹੋ ਮਰ ਜਾਏ। ਅਨਹਦ ਉਹ ਵੀ ਮਰ ਜਾਂਦਾ। ਦੇਖ, ਸੁਰਤ ਸਮਾਣੀ ਸੁਨ ਤਾਕੋ ਕਾਲ ਨਾ। ਸ਼ਬਦ ਯਾਤਰਾ ਵਾਸਤੇ ਹੈ, ਸ਼ਬਦ ਇੱਕ ਪੁਲ ਦੀ ਤਰ੍ਹਾਂ ਹੈ, ਸ਼ਬਦ ਇੱਕ ਦਰਵਾਜ਼ੇ ਦੀ ਤਰ੍ਹਾਂ ਹੈ। ਇਸ ਕਰਕੇ ਇਹਨੂੰ ਗੁਰੂ ਵੀ ਕਿਹਾ ਹੈ। ਪੁਲ ਦੀ ਤਰ੍ਹਾਂ ਹੈ, ਇੱਕ ਪਾਸੇ ਤੋਂ ਦੂਸਰੇ ਪਾਸੇ ਲੈ ਕੇ ਚਲੇ ਜਾਂਦਾ ਸ਼ਬਦ। ਦਰਵਾਜ਼ੇ ਦੀ ਤਰ੍ਹਾਂ ਵੀ ਹੈ, ਇੱਕ ਸ਼ਬਦਾਂ ਦੇ ਜਾਲ ਦੇ ਵਿੱਚੋਂ ਛਡਾ ਕੇ ਤੇ ਨਿਸ਼ਬਦ ਦੇ ਵਿੱਚ ਚਲੇ ਜਾਂਦੇ। ਸ਼ਬਦ ਗੁਰੂ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਗੁਰੂ ਸਾਹਿਬ ਜੀ ਨੇ ਕਿਹਾ ਹੈ ਨਾ, ਸੁਰਤ ਜਿਹੜੀ ਹੈ, ਧਿਆਨ ਜਿਹਦੇ ਦੁਆਰਾ ਆਪਾਂ ਸ਼ਬਦ ਨੂੰ ਸੁਣਦੇ ਹਾਂ, ਉਹ ਚੇਲਾ ਹੈ। ਜੇ ਸੁਰਤ ਜਿਹੜੀ ਹੈ,
ਸ਼ਬਦ ਦੇ ਨਾਲ ਜੁੜ ਜਾਂਦੀ ਹੈ, ਚੇਲਾ ਗੁਰੂ ਦੇ ਨਾਲ ਜੁੜ ਗਿਆ। ਸ਼ਬਦ ਸੁਰਤ ਜਿਹੜੀ ਹੈ ਉਹ ਸ਼ਬਦ ਦੇ ਨਾਲ ਜੁੜ ਗਈ, ਉਪਦੇਸ਼ ਦੇ ਨਾਲ ਜੁੜ ਗਈ, ਤੇ ਚੇਲਾ ਗੁਰੂ ਦੇ ਨਾਲ ਜੁੜ ਗਿਆ। ਸ਼ਬਦ ਗੁਰੂ, ਸੁਰਤ ਧੁਨ ਚੇਲਾ। ਤੇ ਸ਼ਬਦ ਦੇ ਵਿੱਚ ਸੁਰਤ ਜੁੜ ਗਈ ਤੇ ਉਸ ਤੋਂ ਬਾਅਦ ਧੁਨ। ਫਿਰ ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ ਗੁਰਮੁਖ ਅਕਥ ਕਹਾਣੀ। ਫਿਰ ਧੁਨ ਦੇ ਵਿੱਚ ਧਿਆਨ, ਧਿਆਨ ਦੇ ਵਿੱਚ ਉਹ ਜਾਣਨ ਵਾਲੇ ਨੂੰ ਜਾਣਿਆ ਜਿਹੜਾ ਧੁਨ ਨੂੰ ਸੁਣ ਰਿਹਾ ਸੀ। ਫਿਰ ਗੁਰਮੁਖ ਅਕਥ ਕਹਾਣੀ, ਉਹ ਫਿਰ ਗੁਰਮੁਖ ਨੇ ਅਕਥ ਜਿਹੜੀ ਕਹਾਣੀ ਸੀ ਨਾ, ਜਿਹੜੀ ਕਹਿ ਨਹੀਂ ਸਕਦੇ ਆ, ਸ਼ਬਦਾਂ ਦੁਆਰਾ ਬਿਆਨ ਨਹੀਂ ਕੀਤੀ ਜਾ ਸਕਦੀ, ਅਕਥ ਨਾ ਕਥਨਾ ਜਾ। ਗੁਰੂ ਸਾਹਿਬ ਜੀ ਕਹਿੰਦੇ ਕਥ ਕਥ ਕਥੀ ਕਥੇ ਕਥ ਦੇਖਾਂ। ਕਹਿੰਦਾ ਬੜਾ ਇਹ ਕਥਨ ਕਰ ਕਰਕੇ ਦੇਖ ਲਿਆ, ਫਿਰ ਵੀ ਅਕਥ ਨਾ ਕਥਨਾ ਜਾਏ। ਉਹ ਫਿਰ ਰਹਿ ਜਾਂਦਾ ਹੈ। ਹਰ ਇੱਕ ਕੋਸ਼ਿਸ਼ ਕਰਦਾ ਹੈ ਵੀ ਕੁਛ ਨਾ ਕੁਛ ਤੇ ਮੈਂ ਦੱਸਾਂ ਲੋਕਾਂ ਨੂੰ, ਪਰ ਉਹ ਸ਼ਬਦਾਂ ਦੇ ਵਿੱਚ ਆਉਂਦਾ ਨਹੀਂ ਹੈ, ਸ਼ਬਦਾਂ ਦੁਆਰਾ ਬਿਆਨ ਨਹੀਂ ਹੁੰਦਾ, ਪਰ ਉਹਨੂੰ ਜਾਣਿਆ ਜਾ ਸਕਦਾ ਹੈ। ਤੇ ਜਾਣਿਆ ਕਿਵੇਂ ਜਾ ਸਕਦਾ ਹੈ? ਗੁਰਮੁਖ, ਜਿਹੜਾ ਗੁਰਮੁਖ ਹੋ ਗਿਆ ਤਾਂ ਉਹਨੇ ਫਿਰ ਅਕਥ ਕਹਾਣੀ ਨੂੰ ਜਾਣ ਲਿਆ। ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ ਗੁਰਮੁਖ ਅਕਥ ਕਹਾਣੀ।